ਕੀਰਤਨ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਰਹਾਉ ਰਾਖੋ ਕੰਧ ਉਸਾਰੋ ਨੀਵਾਂ, ਸਾਢੇ ਤੀਨ ਹਾਥ ਤੇਰੀ ਸੀਵਾਂ। ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਓਸ਼ਾ ਜਨਮ ਹਮਾਰਾ। ਤੁਮ ਸ਼ਰਨਾਗਤ ਰਾਜਾ ਰਾਮਚੰਦ, ਕਹਿ ਰਵਿਦਾਸ ਚੁਮਾਰਾ। ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਓਸ਼ਾ ਜਨਮ ਹਮਾਰਾ। ਤੁਮ ਸ਼ਰਨਾਗਤ ਰਾਜਾ ਰਾਮਚੰਦ, ਕਹਿ ਰਵਿਦਾਸ ਚੁਮਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ, ਜੋ ਕਿ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਸੋਰਠ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 5659 ਤੇ ਸੁਸ਼ੋਭਿਤ ਹੈ। ਸੋ ਕੀ ਭਗਤ ਜੀ ਉਪਦੇਸ਼ ਦਿੰਦੇ ਨੇ, ਸਮਝੀਏ ਜੀ। ਜਲ ਕੀ ਭੀਤ, ਭੀਤ ਕੰਧਾਂ ਨੂੰ ਕਿਹਾ ਜਾਂਦਾ ਜੀ। ਜਲ ਕੀ ਭੀਤ, ਸਰੀਰ ਦੀ ਰਚਨਾ ਦੀ ਗੱਲ ਕਰਦੇ ਨੇ। ਹੁਣ ਜਿਹੜਾ ਸਰੀਰ ਹੈ, ਸੋ ਇਹ ਜਿਹੜਾ ਮਹਿਲ ਖੜਾ ਕੀਤਾ ਅਕਾਲ ਪੁਰਖ ਨੇ, ਇਹਦੀਆਂ ਕੰਧਾਂ ਪਾਣੀ ਦੀਆਂ ਨੇ। ਕਹਿੰਦੇ ਦੇਖੋ, ਖੂਨ ਦੌੜਦਾ ਪਿਆ ਹੱਥਾਂ 'ਚ ਪੈਰਾਂ 'ਚ। ਸੋ ਆਪਾਂ ਖੜ੍ਹਦੇ ਹਾਂ, ਖੂਨ ਸਰਕਲ ਕਰਦਾ ਪਿਆ। ਪਾਣੀ ਕਿਵੇਂ ਥੱਲਿਓਂ ਉੱਪਰ, ਉੱਪਰੋਂ ਥੱਲਿਓਂ, ਇਹ ਸਾਰਾ ਸਰਕਲ ਜਿਹੜਾ ਬਣਿਆ ਹੋਇਆ। ਹੁਣ ਇਹ ਪਾਣੀ ਦੀਆਂ ਹੀ ਕੰਧਾਂ ਹੋਈਆਂ, ਪਾਣੀ ਦੀਆਂ ਹੀ ਕੰਧਾਂ ਨੇ ਸਾਰੀਆਂ। ਹੁਣ ਇਹਦੇ 'ਚ ਥੰਮਲਾ ਕਿਹੜਾ? ਪਵਨ ਕਾ ਥੰਬਾ। ਹੁਣ ਕੰਧਾਂ 'ਚ ਇਹੋ ਸਰੀਰ ਬਣਾਤਾ, ਕੰਧਾਂ ਬਣਾਤੀਆਂ, ਛੱਤ ਦਿੱਤਾ, ਛੱਤਿਆ ਵੀ ਬੜੇ ਹਿਸਾਬ ਦੇ ਨਾਲ। ਕਿੱਦਾਂ ਛੱਤਿਆ, ਕਿਵੇਂ ਛੱਤਿਆ, ਹੈ ਦੀਦਾ ਕੋਈ ਕਿਵੇਂ ਛੱਤ ਹੋਇਆ। ਹੁਣ ਇਹਨੂੰ ਰੱਖਿਆ ਕਿਨੇ, ਖੜਾ ਕਿਨੇ ਰੱਖਿਆ? ਕਹਿੰਦੇ ਪਵਨ ਹਵਾ ਸਾਹ। ਹੁਣ ਜੇ ਉਹ ਥੰਮਲਾ ਕੱਢ ਦੇਵੇ ਵਿੱਚੋਂ, ਇਹ ਤਨ
ਢਹਿ ਢੇਰੀ ਹੋ ਜਾਣਾ, ਇਹਨੂੰ ਦੇਰੀ ਨਹੀਂ ਲੱਗਣੀ। ਜਿਹਨੇ ਥੰਮਲਾ ਕੱਢ ਲਿਆ, ਪਵਨ ਕਾ ਥੰਭਾਇਆ ਜੀ। ਔਰ ਜਿੰਨਾ ਚਿਕਰ ਉਹਦਾ ਹੁਕਮ ਹੋਣਾ, ਇਹ ਪਵਨ ਦਾ ਥੰਭਾ ਕਾਇਮ ਰਹਿਣਾ ਜੀ। ਜਦੋਂ ਹੁਕਮ ਹੋ ਗਿਆ, ਇਹ ਪਵਨ ਦਾ ਥੰਭਾ ਖਿਸਕ ਜਾਣਾ। ਇਹ ਤਨ ਢੇਰੀ ਥੀ ਸੀ, ਇਹ ਜਿਹੜਾ ਸਰੀਰ ਡਿੱਗ ਜਾਣਾ, ਇਹ ਮੁੜ ਕੇ ਨਹੀਂ ਇਹ ਚੱਕ ਹੋਣਾ ਹੈ। ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ। ਸੋ ਇਹ ਜਦੋਂ ਬਣਾਇਆ ਗਿਆ, ਇਹ ਜਿਹੜਾ ਤਾਨਿਆ ਮਾਤਾ ਦੀ ਰਕਤ ਸੀ ਅਤੇ ਪਿਤਾ ਦੀ ਬਿੰਦ ਸੀ। ਰਕਤ ਬਿੰਦ ਕਾ ਗਾਰਾ, ਇਹਦੇ ਨਾਲ ਫਿਰ ਇੱਕ ਮਟੀਰੀਅਲ ਅੰਦਰ ਤਿਆਰ ਹੋਇਆ ਮਾਤਾ ਦੇ ਗਰਭ ਦੇ ਵਿੱਚ। ਗਾਰਾ, ਉਹਨੂੰ ਗਾਰਾ ਕਿਹਾ। ਸੋ ਜਦੋਂ ਬੱਚੇ ਦੀ ਬਣਤਰ ਬਣਦੀ ਹੈ, ਉਸ ਤੋਂ ਪਹਿਲਾਂ ਜੋ ਪ੍ਰਮਾਤਮਾ ਇਹ ਸਾਰਾ ਕੁਝ ਤਿਆਰ ਕਰਦਾ ਹੈ, ਉਹਨੂੰ ਗਾਰਾ ਕਹਿ ਦਿੱਤਾ। ਕਹਿੰਦੇ ਰਕਤ ਬੂੰਦ ਕਾ ਗਾਰਾ, ਉਹਦੇ ਤੋਂ ਤਿਆਰ ਕੀਤਾ। ਫਿਰ ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਹੁਣ ਇਹਦੇ ਵਿੱਚ ਹੱਡ ਹੈ, ਮਾਸ ਹੈ। ਦੇਖੋ ਕਿੱਦਾਂ ਮਾਸ ਬਣਿਆ, ਕਿੱਦਾਂ ਹੱਡ ਵਿੱਚ ਅੰਦਰ ਹੀ ਪ੍ਰਫੁੱਲਤ ਹੋਏ ਸਾਰੇ। ਨਾੜੀਆਂ ਵੀ ਉਹਨੇ ਅੰਦਰ ਹੀ ਬਣਾਈਆਂ, ਹੱਡ ਵੀ ਅੰਦਰ ਹੀ ਬਣਾਏ। ਅਤੇ ਇਹ ਸਾਰੀ ਪੰਜਾਂ ਤੱਤਾਂ ਦੀ ਮਿੱਟੀ 'ਚੋਂ ਹੀ ਉਹਨੇ ਸਾਰੀ ਬਣਤਰ ਬਣਾਈ ਆ। ਇਹ ਉਹ ਇੱਕੋ ਹੀ ਮਿੱਟੀ ਹੈ, ਉਹਦੇ ਵਿੱਚ ਮਾਸ ਤਿਆਰ ਕਰਦਾ ਆ, ਉਹਦੇ ਵਿੱਚੋਂ ਹੀ ਨਾੜੀਆਂ ਤਿਆਰ ਕਰਦਾ, ਉਹਦੇ ਵਿੱਚੋਂ ਹੀ ਹੱਡ ਤਿਆਰ ਕਰਦਾ, ਉਹਦੇ ਵਿੱਚੋਂ ਹੀ ਅੱਖਾਂ, ਕੰਨ, ਜੀਭਾ। ਦੇਖੋ ਕਿਆ ਉਹਨੇ ਇਹ ਬਣਤਰ ਬਣਾਈ। ਹਾਡ ਮਾਸ ਨਾੜੀ ਕੋ ਪਿੰਜਰੇ, ਹੈਗਾ ਇਹੋ ਹੱਡ ਮਾਸ ਨਾੜੀਆਂ ਦਾ ਪਿੰਜਰਾ ਆ। ਅਤੇ ਪਿੰਜਰਾ ਹੁੰਦਾ, ਪਿੰਜਰ ਨਹੀਂ ਕਹਿੰਦੇ ਆਪਾਂ, ਪਿੰਜਰ। ਹਾਂਜੀ, ਹੱਡੀਆਂ ਦਾ ਕਹਿਣਾ ਪਿੰਜਰ ਹੈ। ਐਕਸਰਾ ਕਰ ਲਓ, ਨਾ ਹੱਡ, ਉਹਦੇ 'ਚ ਹੱਡ ਹੀ ਆਉਂਦੀ, ਪਿੰਜਰਾ ਹੀ ਆਉਂਦਾ। ਮਾਸ ਕਿੱਥੇ ਆਉਂਦਾ? ਨਾ ਖੂਨ ਆਉਣਾ, ਨਾ ਮਾਸ ਨਹੀਂ ਆਉਣਾ, ਪਿੰਜਰਾ ਹੀ ਆਉਂਦਾ। ਇਹ ਪਿੰਜਰੇ ਦੇ ਵਿੱਚ ਵੱਸਦਾ ਕੌਣ ਹੈ? ਕਹਿੰਦੇ ਪੰਖੀ ਬਸੇ ਵਿਚਾਰਾ, ਇਹ ਜੀਵ ਵਸ ਰਿਹਾ ਹੈ। ਇਹਨੂੰ ਵਿਚਾਰਾ ਤਾਂ ਕਹਿ ਦਿੱਤਾ ਵੀ ਇੱਥੋਂ ਛੁੱਟ ਨਹੀਂ ਸਕਦਾ। ਕਿੱਥੇ ਛੁੱਟ ਸਕਦਾ? ਇਹ ਪਿੰਜਰਾ ਹੀ ਬਦਲ ਜਾਂਦਾ। ਪਿੰਜਰਾ ਕਦੀ ਕੋਈ ਪਿੰਜਰਾ ਬਣ ਜਾਂਦਾ, ਕਦੀ ਕੋਈ ਪਿੰਜਰਾ ਤਿਆਰ ਆ, ਕਿਤੇ ਛੋਟਾ ਪਿੰਜਰਾ ਤਿਆਰ ਹੈ, ਕਿਤੇ ਵੱਡਾ ਪਿੰਜਰਾ ਤਿਆਰ ਆ। ਅਤੇ ਬਸ ਉਹ ਪਿੰਜਰੇ ਹੀ ਬਦਲੇ ਹੋਏ ਰਹਿੰਦੇ, ਆਜ਼ਾਦੀ ਤਾਂ ਮਿਲੀ ਨਹੀਂ। ਸੋ ਜਦੋਂ ਪੰਛੀ ਨੇ ਇਹਨੇ ਆਜ਼ਾਦ ਹੋਣਾ, ਬੰਧਨ ਟੁੱਟਣੇ ਤਾਂ ਆਜ਼ਾਦ ਹੋਣਾ, ਬੰਧਨ ਟੁੱਟਣੇ ਤਾਂ ਆਜ਼ਾਦ ਹੋਣਾ। ਹੁਣ ਪੰਖੀ ਵਿੱਚ ਵੱਸਦਾ ਪਿਆ। ਆਹ ਜਿਹੜਾ ਮਨੁੱਖਾ ਜਨਮ ਹੈ, ਇਹ ਜਿਹੜਾ ਇਹਨੂੰ ਪਿੰਜਰਾ ਮਿਲਿਆ ਨਾ, ਇਹਦੇ ਵਿੱਚੋਂ ਬਹੁਤ ਚਾਂਸ ਹੈ ਵੀ ਹਾਂ ਵੀ ਇੱਥੋਂ ਇਹ ਆਜ਼ਾਦ ਹੋ ਸਕਦਾ, ਜੇ ਇਹਨੂੰ ਪੂਰਾ ਗੁਰੂ ਮਿਲ ਜਾਵੇ, ਜੇ ਸ਼ਬਦ ਦੇ ਲੜ ਲੱਗ ਜਾਵੇ। ਫਿਰ ਮੁੜ ਕੇ ਪਿੰਜਰਾ ਨਹੀਂ ਮਿਲੇਗਾ। ਪਿੰਜਰੇ ਦੇ ਵਿੱਚ ਦੁੱਖ ਬੜੇ ਨੇ। ਸੋ ਇਹ ਬੜੇ ਦੁੱਖ ਨੇ। ਚਾਹੇ ਮਨੁੱਖ ਦਾ ਹੀ ਪਿੰਜਰਾ ਆ, ਠੀਕ ਹੈ ਭਾਈ, 'ਚ ਸੁੱਖ ਵੀ ਬੜੇ ਨੇ, ਪਰ ਦੁੱਖ ਵੀ ਬੜੇ ਨੇ ਭਾਈ, ਬੜੇ ਦੁੱਖ ਨੇ। ਕਹਿੰਦੇ ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਸੋ ਹੇ ਪ੍ਰਾਣੀ, ਮੇਰ ਤੇਰ ਵਿੱਚ ਕਿਉਂ ਫਸਿਆ ਹੋਇਆ? ਵੀ ਆ ਮੇਰਾ, ਆ ਤੇਰਾ। ਤੇਰਾ ਪਿੰਜਰਾ ਆ ਜਿਹ 'ਚ ਤੂੰ ਰਹਿ ਰਿਹਾ। ਉਹ ਚੋਗਾ ਰੋਜ਼ ਦੀ ਰੋਜ਼ ਪਾਉਂਦਾ, ਨਿਰੰਕਾਰ ਕਰਤਾਰ ਅਕਾਲ ਪੁਰਖ ਜਿਹੜਾ ਪਿੰਜਰੇ ਵਿੱਚ ਤੈਨੂੰ ਚੋਗਾ ਮਿਲਦਾ, ਉਹ ਤੂੰ ਚੋਗਾ ਖਾ ਰਿਹਾ। ਮੇਰ ਤੇਰ ਵਿੱਚ ਕਿੱਥੇ ਪਿਆ ਹੋਇਆ? ਮੇਰ ਤੇਰ ਜਿੰਨਾ ਚਿਕਰ ਨਿਕਲਦੀ ਨਹੀਂ ਨਾ, ਉਹਨਾਂ ਚਿਕਰ ਇਹਦੀ ਗੱਲ ਨਹੀਂ ਬਣਨੀ। ਅਤੇ ਇਹ ਮੇਰ ਤੇਰ ਨਿਕਲਣੀ ਹੈ ਜਦੋਂ ਆਪਣੇ ਆਪ ਦੀ ਵਿਚਾਰ ਕਰੇਗਾ। ਸ਼ੰਕਾ, ਅੰਦੇਸ਼ਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ, ਇਹਨੂੰ ਕੱਢਣੀਆਂ ਪੈਂਦੀਆਂ। ਸੋ ਜਿੰਨਾ ਚਿਕਰ ਇਹ ਕੱਢਦਾ ਨਹੀਂ, ਉਹਨਾਂ ਚਿਕਰ ਮੇਰ ਤੇਰ 'ਚੋਂ ਨਹੀਂ ਨਿਕਲ ਸਕਦਾ। ਹੁਣ ਜਿਵੇਂ ਰਵਿਦਾਸ ਜੀ ਕਹਿੰਦੇ ਤੇਰੇ ਕੋਲ ਤਾਂ ਪਿੰਜਰਾ ਆ, ਮੇਰ ਤੇਰ ਕਾਹਦੀ? ਹੁਣ ਪਿੰਜਰਾ ਜਿਹੜਾ ਹੁੰਦਾ ਉਹ ਮਾਲਕ ਦਾ ਹੁੰਦਾ। ਤੋਤੇ ਨੂੰ ਪਿੰਜਰੇ ਵਿੱਚ ਮਾਲਕ ਪਾਉਂਦਾ,
ਤੇ ਉਹ ਪਿੰਜਰਾ ਤਾਂ ਮਾਲਕ ਦਾ ਹੋਇਆ, ਹੁਣ ਜਿਹੜਾ ਪਿੰਜਰੇ ਵਿੱਚ ਰਹਿ ਰਿਹਾ ਤੇ ਉਹ 'ਤੇ ਕੰਟਰੋਲ ਮਾਲਕ ਦਾ ਹੈ। ਹੁਣ ਪਿੰਜਰੇ ਜੀਵ ਦੇ ਹਿਸਾਬ ਨਾਲ ਪਿੰਜਰੇ ਬਣ ਗਏ। ਸ਼ੇਰ ਦਾ ਪਿੰਜਰਾ ਜਿੱਡਾ ਮਰਜ਼ੀ ਕੋਈ ਤਾਕਤਵਰ ਹੈ, ਤੇ ਫਿਰ ਪਾ ਤੱਕ ਨਹੀਂ ਸ਼ੇਰ ਨੂੰ ਪਿੰਜਰੇ ਦੇ ਵਿੱਚ। ਆ ਜਿਹੜੇ ਬੜੇ ਬੜੇ ਨੇ ਰਾਜੇ ਮਹਾਰਾਜੇ, ਧਨ ਕਰਕੇ ਅਮੀਰ, ਸਰੀਰ ਕਰਕੇ ਤਾਕਤਵਰ, ਬੁੱਧੀ ਕਰਕੇ ਤਾਕਤਵਰ, ਤੇ ਇਹਨਾਂ ਨੂੰ ਇਹਨਾਂ ਨੂੰ ਤਾਂ ਇਹ ਵੀ ਤਾਂ ਪਿੰਜਰੇ 'ਚ ਹੀ ਪਏ ਹੋਏ ਨੇ। ਇਹ ਪਿੰਜਰੇ ਤੋਂ ਬਾਹਰ ਨੇ, ਇਹ ਪਿੰਜਰੇ ਤੋਂ ਬਾਹਰ ਹੀ ਨਹੀਂ ਹੋ ਸਕਦੇ। ਸੋ ਕੀ ਮੇਰਾ ਤੇ ਕੀ ਤੇਰਾ, ਇਹ ਗੱਲ ਆ ਵਿਚਾਰਨੇ ਵਾਲੀ। ਪਿੰਜਰਾ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਹੈ, ਸਭਨਾਂ ਦਾ ਪਿੰਜਰਾ ਇੱਕੋ ਜਿਹਾ ਹੀ ਹੈ, ਮਾਨਸ ਜਾਤ ਦਾ ਪਿੰਜਰਾ ਇੱਕੋ ਜਿਹਾ ਹੀ ਹੈ। ਤੇ ਵਿਚਾਰਨੇ ਵਾਲੀ ਗੱਲ ਕੀ ਮੇਰਾ ਤੇ ਕੀ ਤੇਰਾ। ਚਲੋ ਜੇ ਮੈਂ ਕਹਿੰਦਾ ਵੀ ਆਹ ਚੀਜ਼ ਮੇਰੀ ਹੈ, ਜਦੋਂ ਮੈਂ ਜਾਣਾ ਕਿ ਇਹ ਨਾਲ ਜਾਊ, ਆਹ ਚੀਜ਼ ਤੇਰੀ ਹੈ, ਤੇ ਜਦੋਂ ਉਹਨੇ ਤੁਰਨਾ ਇਸ ਸੰਸਾਰ ਤੋਂ ਉਹ ਨਾਲ ਜਾਊ। ਜੇ ਕਨਫਰਮ ਕਰਨਾ ਦੇਖ ਲਓ ਭਾਈ, ਜਿਹੜੇ ਜਦੋਂ ਕਬਰਾਂ ਵਿੱਚ ਦੱਬ ਹੁੰਦੇ ਆ ਜਾਂ ਜਦੋਂ ਸਾੜੇ ਜਾਂਦੇ ਆ, ਕੋਈ ਉਹ ਨਾਲ ਲੈ ਕੇ ਜਾਂਦਾ, ਕੁਝ ਨਹੀਂ ਨਾਲ ਲੈ ਕੇ ਜਾਂਦਾ। ਇਸ ਕਰਕੇ ਇਹ ਬਸ ਜਿਹਦੀ ਸਮਝ ਵਿੱਚ ਇਹ ਚੀਜ਼ ਆ ਜਾਣੀ ਹੈ, ਤੇ ਫਿਰ ਹੌਲੀ ਹੌਲੀ ਕਿਤੇ ਜਨਮਾਂ ਜਨਮਾਤਰਾਂ ਦੀ ਖੇਡ ਆ, ਕਿਤੇ ਬਦਲਣ ਨੂੰ ਟਾਈਮ ਲੱਗਦਾ। ਚਲੋ ਪੰਗਤੀ ਜਦੋਂ ਭਗਤ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਤਾਂ ਮੇੜ ਤੇਰ 'ਚੋਂ ਨਿਕਲੋ। ਹੁਣ ਜਦੋਂ ਮੇੜ ਤੇਰ 'ਚੋਂ ਨਿਕਲਣਾ ਨਾ, ਪੂਰੀ ਜ਼ਿੰਦਗੀ ਲੱਗ ਸਕਦੀ ਹੈ, ਕੋਈ ਭਾਈ ਛੇਤੀ ਵੀ ਬਦਲ ਸਕਦਾ, ਸਮਾਂ ਲੱਗ ਜਾਂਦਾ। ਸਮਾਂ ਤਾਂ ਲੱਗਦਾ ਹੀ ਹੈ, ਪਰ ਇਹਨੂੰ ਆਪਣੇ ਆਪ 'ਤੇ ਧਿਆਨ ਲਾਉਣਾ ਪੈਂਦਾ ਵੀ ਮੇੜ ਤੇਰ ਕਿੱਥੇ ਹੈ। ਬਸ ਉੱਥੋਂ ਨਿਕਲੀ ਜਾਵੇ, ਨਹੀਂ ਨਿਕਲ ਹੁੰਦਾ ਗੁਰੂ ਨੂੰ ਬੇਨਤੀ ਕਰ ਦੇਵੇ। ਸਤਿਗੁਰੂ ਜੀ ਵਿਧ ਬਣਾਉਂਦੇ ਆ, ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸਿਰਾ। ਹੁਣ ਦੇਖੋ ਸਾਰੀਆਂ ਮਿਸਾਲਾਂ ਇਨਸਾਨ ਨੂੰ ਸਮਝਾਉਣ ਵਾਸਤੇ ਪਸ਼ੂਆਂ, ਪਕਸ਼ੀਆਂ, ਕੀੜੀਆਂ, ਮਕੌੜਿਆਂ ਦੀਆਂ ਦਿੱਤੀਆਂ ਹੋਈਆਂ ਜੀ, ਸਾਰੀਆਂ ਮਿਸਾਲਾਂ। ਜਾਂ ਫਿਰ ਕੁਦਰਤੀ ਸੋਮੇ ਨੇ, ਹਵਾ, ਪਾਣੀ, ਬਰਫ, ਅੱਗ। ਜਿੱਦਾਂ ਹੁਣ ਬਾਣੀ ਕਹਿੰਦੀ ਅੱਗੀ ਪਾ ਲਾ ਕੇ ਕਰੇ, ਕਹਿੰਦੇ ਹੁਣ ਉੱਥੇ ਦੇਖੋ ਜਿਹੜਾ ਪਾਲਾ ਆ ਉਹ ਨੈਗੇਟਿਵ ਹੋ ਗਿਆ, ਅੱਗ ਪੋਜ਼ੀਟਿਵ ਆ ਗਈ। ਕਿਤੇ ਅੱਗ ਨੈਗੇਟਿਵ ਹੁੰਦੀ ਹੈ, ਜਿਹੜੀ ਠੰਡ ਹੁੰਦੀ ਹੈ, ਬਰਫ ਹੁੰਦੀ, ਪਾਲਾ ਹੁੰਦਾ, ਪੋਜ਼ੀਟਿਵ ਹੁੰਦਾ। ਪ੍ਰਕਰਣ ਚੱਲਦਾ ਨਾ ਜਿਹੜਾ ਗੁਰਬਾਣੀ ਦਾ, ਉਸ ਸਮਾਰੇ ਇੱਦਾਂ ਸਮਝਾਉਂਦੇ ਨੇ। ਹੁਣ ਪਾਤਸ਼ਾਹ ਕਹਿੰਦੇ ਵੀ ਜਿੱਦਾਂ ਤਰਵਰ ਦਰਖਤ ਦੇ ਉੱਤੇ ਪੰਖੀ ਜਿਹੜਾ ਉਹ ਵੱਸਦਾ, ਤੇ ਉਹ ਦਰਖਤ ਉਹਦਾ ਤਾਂ ਹੈ ਨਹੀਂ। ਕਦੀ ਨਿਗਾਹ ਮਾਰ ਕੇ ਦੇਖ ਲਵੇ ਵੀ ਜਦੋਂ ਪਕਸ਼ੀ ਦਰਖਤ ਦੇ ਉੱਤੇ ਆਣ ਕੇ ਬਹਿੰਦੇ ਹੈ, ਤੇ ਉਹ ਕਦੀ ਨਹੀਂ ਕਹਿੰਦੇ ਵੀ ਆਹ ਮੇਰੀ ਟਹਿਣੀ, ਆਹ ਤੇਰੀ ਟਹਿਣੀ ਹੈ। ਜਿੱਥੇ ਕਿਸੇ ਨੂੰ ਜਗ੍ਹਾ ਮਿਲਦੀ ਉੱਥੇ ਬਹਿ ਜਾਂਦੇ ਆ। ਤੇ ਕੁਦਰਤ ਨੇ ਉਹਨਾਂ ਨੂੰ ਕਿੰਨੀ ਕੁ ਚੇਤਨਤਾ ਦਿੱਤੀ ਹੋਈ ਹੈ, ਸੌਂਦੇ ਵੀ ਹੈ ਤੇ ਡਿੱਗਦੇ ਵੀ ਨਹੀਂ। ਜਿਹੜਾ ਸੁੱਤਿਆ ਹੋਇਆ ਪਕਸ਼ੀਆਂ ਨੂੰ ਦਰਖਤਾਂ ਤੋਂ ਡਿੱਗਣ ਨਹੀਂ ਦਿੰਦਾ, ਤੇ ਹੇ ਮਾਨਖ ਤੈਨੂੰ ਕਿੱਥੋਂ ਡਿੱਗਣ ਦੇਵੇਗਾ, ਤੈਨੂੰ ਕਿੱਥੋਂ ਡਿੱਗਣ ਦੇਵੇਗਾ, ਤੈਨੂੰ ਵੀ ਪਿਆ ਸੰਭਾਲ ਕੇ ਰੱਖਦਾ। ਪਰ ਸੋ ਫਰਕ ਇੰਨਾ ਹੀ ਆ ਵੀ ਸਾਡਾ ਜਿਹੜਾ ਧਿਆਨ ਹੈ ਉਹ ਰੱਬ ਤੋਂ ਹਟਿਆ ਹੋਇਆ। ਇਸ ਕਰਕੇ ਅਸੀਂ ਆਪ ਆਪਣੀ ਸੋਚ ਦੇ ਨਾਲ ਹੀ ਅਸੀਂ ਡਿੱਗਦੇ ਹਾਂ, ਉਹ ਨਹੀਂ ਡਿੱਗਣ ਦਿੰਦਾ। ਸਾਡੀ ਸੋਚ ਸਾਨੂੰ ਸਿੱਟਦੀ ਹੈ। ਸੋਚ ਚੜ੍ਹਦੀ ਕਲਾ ਵਾਲੀ ਹੋਵੇ, ਇਹ ਕਦੀ ਨਹੀਂ ਡਿੱਗਦਾ। ਬਾਣੀ ਸਾਡੀ ਸੋਚ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਂਦੀ। ਨਾ ਤੂੰ ਡੋਲੋ ਨਾ ਹਮ ਗਿਰਤੇ, ਬਾਣੀ ਡੋਲ ਹੈ ਨਾ, ਬਾਣੀ ਪਰਬ ਕੀ ਸਭ ਕੋ ਬੋਲੇ, ਆਪ ਡੋਲਣਾ ਕਮੂਹ ਡੋਲੇ। ਬਾਣੀ ਵਾਲੀ ਸੋਚ ਹੋ ਜਾਵੇ ਤਾਂ ਇਹ ਕਦੀ ਵੀ ਨਹੀਂ ਡੋਲਦਾ। ਇਹਦੇ ਪੰਖੀ ਜਿੱਦਾਂ ਪਕਸ਼ੀ ਦਾ ਬਸੇਰਾ ਦਰਖਤ, ਇੱਦਾਂ ਦੇਖਿਆ ਕਰ ਕਹਿੰਦੇ ਆਪਣੇ ਆਪ ਨੂੰ ਰਹਾਓ। ਹੁਣ ਸਰੀਰ ਨੂੰ ਬਣਾ ਲਓ ਦਰਖਤ, ਅਤੇ ਸਰੀਰ ਨੂੰ ਪਿੰਜਰਾ ਬਣਾ ਦਿੱਤਾ, ਫਿਰ ਹੁਣ ਦਰਖਤ ਬਣਾ ਦਿੱਤਾ। ਸਾਰਾ ਸੰਸਾਰ ਦਰਖਤ ਆ, ਸਾਰੇ ਪਕਸ਼ੀ ਰਹਿ ਰਹੇ ਨੇ ਇਹਦੇ 'ਤੇ, ਜੀ ਆ ਜਾਂਦੇ। ਹੁਣ ਇਹ ਇਕੱਲਾ ਸਰੀਰ ਦਰਖਤ ਆ, ਇਹ 'ਚ ਪਕਸ਼ੀ ਰਹਿ ਰਿਹਾ, ਵਿੱਚ ਕੌਣ ਜੀਵ। ਮਨ ਨੂੰ ਸਮਝਾਉਣਾ, ਗੱਲ ਤਾਂ ਮਨ ਨੂੰ ਸਮਝਾਉਣ ਦੀ ਹੈ। ਰਹਾਓ ਰੱਖੋ ਕੰਧ ਸਾਰੋ ਨੀਵਾ, ਸਾਢੇ ਤੀਨ ਹਾਥ ਤੇਰੀ ਸੀਵਾ। ਬੰਦਾ ਜਦੋਂ ਫਿਰ ਧਰਤੀ 'ਤੇ ਰਹਿੰਦਾ ਹੈ ਨਾ, ਇਹਦਾ ਇੱਕ ਮੁੱਖ ਪ੍ਰਯੋਜਨ ਮੇਨ ਹੁੰਦਾ ਕਿ ਮੇਰਾ ਮਕਾਨ ਵਧੀਆ ਬਣ ਜਾਵੇ, ਸੋ ਮਜ਼ਬੂਤ ਹੋਵੇ, ਜਿਹਦੇ ਕਰਕੇ ਡੂੰਘੀ ਨੀਂਹ ਪੁੱਟਦਾ। ਰੱਖੋ ਕੰਧ, ਇਹਨੇ ਡੂੰਘੀ ਨੀਂਹ ਪੁੱਟ ਕੇ ਉਹਦੇ 'ਤੇ ਕੰਧ ਉਸਾਰਦਾ। ਰੱਖੋ ਕੰਧ ਉਸਾਰ ਉਹ ਨੀਵਾਂ, ਸੋ ਨੀਂਵ ਰੱਖੀ, ਫਿਰ ਉਹਦੇ 'ਤੇ ਇਹਨੇ ਸੋ ਜਿਹੜਾ ਕੰਧ ਜਿਹੜੀ ਆ ਉਹ ਉਸਾਰਨੀ ਸ਼ੁਰੂ ਕੀਤੀ।
ਰਾਖੋ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੀਮਾ। ਪਰ ਤੈਨੂੰ ਪਤਾ ਵੀ ਤੇਰੀ ਸੀਮਾ ਕਿੰਨੀ ਹੈ? ਤੈਨੂੰ 3.5 ਹੱਥ ਜਗ੍ਹਾ ਮਿਲਣੀ। ਜਿੱਦਾਂ ਮੁਸਲਮਾਨਾਂ ਦੇ ਪ੍ਰਤੀ ਹੋ ਗਿਆ ਨਾ, ਇਹ ਜਦੋਂ ਦਫਨਾਉਂਦੇ ਨੇ ਤੇ ਬਸ 3.5 ਹੱਥ ਕਬਰ ਦੀ ਜਗ੍ਹਾ ਹੁੰਦੀ ਸਾਰੀ। 1.5 ਫੁੱਟ ਦਾ ਹੱਥ ਹੁੰਦਾ, 3.5 ਇੰਨੀ ਕੀ ਕਬਰ ਦੀ ਜਗ੍ਹਾ, ਤੇ ਉਹਨੂੰ ਬਕਸੇ 'ਚ ਪਾ ਕੇ ਤੇ ਵਿੱਚ ਬੰਦ ਕਰਕੇ ਰੱਖ ਦਿੰਦੇ ਆ। ਤੇ ਜਿਹੜਾ ਜਿਹੜੇ ਸਮਾਧੀ ਲਾਉਣ ਵਾਲੇ ਨੇ ਉਹਨਾਂ ਕੋਲ ਜਗ੍ਹਾ ਕਿੰਨੀ ਕੁ ਹੁੰਦੀ ਆ? 1.5 ਫੁੱਟ, ਇੱਕ ਸੱਜੇ ਖੱਬੇ 1.5 ਫੁੱਟ ਸਰਕਲ ਲਾ ਲਓ, ਉਹਦੇ ਕੋਲ ਇੰਨੀ ਕੁ ਜਗ੍ਹਾ ਹੁੰਦੀ ਹੈ। ਜਦੋਂ ਮੁਰਦੇ ਨੂੰ ਸਾੜਿਆ ਜਾਂਦਾ ਤਾਂ ਜਗ੍ਹਾ ਕੱਖ ਨਹੀਂ, ਉਹਦਾ ਬਸ ਧਰਤੀ ਵਿਹਲੀ। ਜਦੋਂ ਇਹ ਸੜ ਗਿਆ ਨਾਲ ਹੀ ਧਰਤੀ ਵਿਹਲੀ ਹੋ ਗਈ। ਇਹ ਸਮਝਾਇਆ ਭਗਤ ਜੀ ਨੇ, ਕਹਿੰਦੇ ਤੇਰੀ ਸੀਮਾ ਹੈ ਨਹੀਂ, ਇਹ ਜਗ੍ਹਾ ਤੇਰੀ ਨਹੀਂ ਹੈਗੀ। ਕਹਿੰਦੇ ਤੂੰ ਐਵੇਂ ਕਹਿੰਦੇ ਪੱਕੇ ਮਹਿਲ ਉਸਾਰਦਾ ਪਿਆ। ਜਿਹੜਾ ਮਹਿਲ ਉਸਾਰਨਾ ਸੀ ਤੂੰ ਆਪਣੇ ਅੰਦਰਲਾ, ਆਪਣੇ ਅੰਤਰ ਆਤਮੇ ਅੰਦਰ ਡੂੰਘੀ ਨਹੀਂ ਰੱਖਣੀ ਸੀ। ਬਾਣੀ ਦੀ ਵਿਚਾਰ ਦੀ ਨਹੀਂ ਰੱਖਦਾ। ਫਿਰ ਆਖੋ ਕੰਧ, ਫੇਰ ਤੇਰੀ ਕੰਧ, ਕੰਧ ਤੋਂ ਭਾਵ ਬੰਦਾ ਅਡੋਲਤਾ। ਫੇਰ ਤੇਰਾ ਮਨ ਕੰਧ ਬਣ ਜਾਣਾ ਸੀਗਾ, ਅਡੋਲ ਹੋ ਜਾਣਾ ਸੀਗਾ। ਤੂੰ ਨੀਂਹ ਕਿਹੜੀ ਰੱਖੀ? ਸ਼ਬਦ ਦੀ ਨੀਂਹ ਰੱਖ, ਫਿਰ ਆਪਣੇ ਆਪ ਹੀ ਤੇਰਾ ਮਨ ਅਡੋਲ ਹੋ ਜਾਣਾ ਸੀਗਾ। 3.5 ਹਾਥ ਤੇਰੀ ਸੀਮਾ। ਸੋ ਇਹ ਅਡੋਲ ਤੇ ਮਨ ਨੂੰ ਕਿੱਦਾਂ ਲੈ ਕੇ ਆਉਣੀ? ਮਨ ਵੀ ਅਡੋਲ ਹੋ ਜਾਵੇ, ਡੂੰਘੀ ਨਹੀਂ ਰੱਖਾਂ। ਆਹ ਗੱਲ ਸਮਝਾ ਮਨ ਨੂੰ ਵੀ ਤੇਰੀ ਸੀਮਾ ਇੰਨੀ ਗਿਆ। ਇਹ ਗੱਲ ਮਨ ਨੂੰ ਸਮਝਾ ਲਾ ਵੀ ਤੇਰੀ ਧਰਤੀ ਹੈ ਨਹੀਂ ਇਹੋ। ਇਹ ਧਰਤੀ ਤੈਨੂੰ ਦਿੱਤੀ ਕਾਹਦੇ ਵਾਸਤੇ? ਨਾਮ ਜਪਣ ਵਾਸਤੇ ਦਿੱਤੀ ਹੋਈ ਹੈ। ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਸੋ ਜਿਹੜੇ ਬਾਲ ਨੇ ਇਹ ਸੁੰਦਰਤਾ ਦਾ ਪ੍ਰਤੀਕ ਹੈ ਆਦਿ ਕਾਲ ਤੋਂ। ਠੀਕ ਹੈ, ਹੁਣ ਜ਼ਮਾਨਾ ਬਦਲ ਗਿਆ, ਬਾਲਾਂ ਨੂੰ ਕੋਈ ਰੱਖਦਾ ਨਹੀਂ, ਬਾਲਾਂ ਦੀ ਕਦਰ ਨਹੀਂ ਕਰਦਾ, ਪਰ ਇਹ ਸੁੰਦਰਤਾ ਦਾ ਪ੍ਰਤੀਕ ਹੈ। ਔਰਤ ਹੈ ਚਾਹੇ ਮਰਦ ਹੈ। ਸੋ ਉਹ ਤੋਂ ਬਾਅਦ ਪੱਗ ਦੀ ਗੱਲ ਕਰ ਦਿੱਤੀ। ਪਾਗ ਸਿਰ ਡੇਰੀ। ਸੋ ਪੱਗ ਨੂੰ ਅੱਡ ਅੱਡ ਤਰੀਕੇ ਦੇ ਨਾਲ ਬੰਨ੍ਹਣਾ। ਡੇਰੀ ਕਦੀ ਕੋਈ ਡਿਜ਼ਾਈਨ ਬਣਨਾ, ਕਦੀ ਕੋਈ। ਤੁਸੀਂ ਦੇਖੋ, ਸੋ ਪੱਗ ਦੇ ਡਿਜ਼ਾਈਨ ਹਮੇਸ਼ਾ ਬਦਲਦੇ ਹੀ ਰਹੇ ਹੈ। ਕਾਹਦੇ ਵਾਸਤੇ? ਆਪਣੇ ਆਪ ਨੂੰ ਸੋਹਣਾ ਬਣਾਉਣ ਵਾਸਤੇ। ਕਦੀ ਕੋਈ ਡਿਜ਼ਾਈਨ, ਕਦੀ ਕੋਈ ਡਿਜ਼ਾਈਨ। ਪਹਿਲੋਂ ਕੁਝ ਹੋਰ ਡਿਜ਼ਾਈਨ ਹੁੰਦਾ ਸੀ, ਹੁਣ ਗਾਹਾਂ ਤੇ ਗਾਹਾਂ ਇੰਜ ਬਦਲਦੇ ਆ। ਸੋ ਇਹ ਆਦਿ ਕਾਲ ਤੋਂ ਪੱਗ ਚੱਲਦੀ ਆ ਰਹੀ। ਇਹਦਾ ਮਤਲਬ ਜਦੋਂ ਦੀ ਗੱਲ ਰਵਿਦਾਸ ਜੀ ਕਰਦੇ ਪਏ ਨੇ, ਸੋ ਉਸ ਵੇਲੇ 16ਵੀਂ ਸਦੀ ਦੀ ਗੱਲ ਹੈ, ਅਤੇ ਪੱਗ ਅੱਜ ਦੀ ਥੋੜ੍ਹੀ ਆ। ਪਾਗ ਸਿਰ ਡੇਰੀ, ਸਿਰ ਡੇਰੀ ਆ ਸਿਰ 'ਤੇ। ਉਹਦਾ ਪਾਗ ਦਾ ਅਰਥ ਪੈਰ ਵੀ ਹੁੰਦਾ, ਪਰ ਸਿਰ ਡੇਰੀ, ਸਿਰ ਦੇ ਉੱਤੇ ਟੇਢੀ ਪੱਗ ਬੰਨ੍ਹਦਾ। ਹੰਕਾਰ ਦਾ ਪ੍ਰਤੀਕ, ਹੰਕਾਰ ਦਾ ਪ੍ਰਤੀਕ। ਇਹ ਗੱਲ ਉਹਨਾਂ ਨੇ ਭਗਤ ਜੀ ਨੇ ਅੱਗੇ ਲੈ ਕੇ ਆਂਦੀ ਵੀ ਤੇਰੇ ਮਨ ਵਿੱਚ ਹਉਮੈ ਦਾ ਪ੍ਰਤੀਕ ਹੰਕਾਰ ਆ ਜਾਂਦਾ। ਬੰਕੇ ਬਾਲ, ਜਿਹਨੇ ਬਾਲ ਦਿੱਤੇ ਹੋਏ ਨੇ ਇੰਨੇ ਸੋਹਣੇ, ਇੰਨੇ ਸੁੰਦਰ, ਉਹਨੂੰ ਯਾਦ ਕਰਿਆ ਕਰ। ਅਤੇ ਪਾਗ ਸਿਰ ਡੇਰੀ, ਭਾਈ ਜਿਸ ਨੇ ਦਸਤਾਰ ਦਿੱਤੀ। ਦਸਤਾਰ ਕੀ ਹੈ? ਸਾਡਾ ਸੋ ਸਿਰ ਕੱਜਦੀ ਹੈ ਪੱਗ, ਸਾਡਾ ਸਿਰ ਕੱਜਦੀ ਹੈ, ਸਿਰੋਪਾ ਉਹ ਸਾਡਾ, ਉਹਨੂੰ ਯਾਦ ਕਰਿਆ ਕਰ। ਸ਼ੁਕਰ ਆ ਵੀ ਸਿਰ 'ਤੇ ਸਜਾਉਣ ਵਾਸਤੇ ਤੂੰ ਦਸਤਾਰ ਦਿੱਤੀ ਹੈ। ਹੰਕਾਰ ਦਾ ਪ੍ਰਤੀਕ ਨਹੀਂ ਹੋਣਾ ਚਾਹੀਦਾ। ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਕਹਿਣ ਦਾ ਭਾਵ ਆਪਣੇ ਸਰੀਰ ਨੂੰ ਜਿਹੜਾ ਤੂੰ ਚੰਗੀ ਤਰ੍ਹਾਂ ਸਵਾਰਦਾ ਸਜਾਉਂਦਾ, ਇਹ ਜਿਹੜਾ ਤੇਰਾ ਤਨ ਆ ਇੱਕ ਭਸਮ ਦੀ ਢੇਰੀ ਬਣ ਜਾਣ। ਔਰ ਭਸਮ ਦੀ ਢੇਰੀ ਕਿਹਦਾ ਬਣਦਾ ਤਨ? ਜਿਹੜਾ ਭਰਮ ਦੀ ਢੇਰੀ ਵਿੱਚ ਰਹਿ ਰਿਹਾ, ਜਿਹਨੇ ਭਰਮ ਪਾਲ ਕੇ ਰੱਖੇ ਹੋਏ ਨੇ। ਭਰਮ ਨੂੰ ਕਦੀ ਪਾਲਣਾ ਨਹੀਂ ਚਾਹੀਦਾ। ਗਲਤ ਫਹਿਮੀ ਕਦੀ ਪਾਲਣੀ ਨਹੀਂ ਚਾਹੀਦੀ। ਬੰਦਾ ਖੁਦ ਪਾਲਦਾ ਭਰਮ, ਗਲਤ ਫਹਿਮੀ ਖੁਦ ਪਾਲਦਾ। ਸੱਚ ਨੂੰ ਪਾਲਣਾ ਚਾਹੀਦਾ। ਜਿਹੜਾ ਸੱਚ ਨੂੰ ਪਾਲਦਾ, ਸੱਚ ਉਹਨੂੰ ਪਾਲਦਾ। ਜੇ ਅਸੀਂ ਭਰਮ ਪਾਲਾਂਗੇ, ਭਰਮ ਨੇ ਇਹਨੂੰ ਭਸਮ ਦੀ ਢੇਰੀ ਬਣਾ ਦੇਣਾ। ਇਹ ਜਿਉਂਦਾ ਹੀ ਭਸਮ ਦੀ ਢੇਰੀ ਹੋ ਜਾਂਦਾ ਜੇ ਭਰਮ ਨੂੰ ਪਾਲੇਗਾ। ਇਸ ਕਰਕੇ ਭਰਮ ਨੂੰ ਜਿੰਨੀ ਛੇਤੀ ਹੋ ਸਕਦਾ ਇਹਨੂੰ ਬਾਹਰ ਕੱਢ ਦਿਓ। ਇਹਨੂੰ ਐਂਟਰ ਤਾਂ ਹੁੰਦਾ ਜਦੋਂ ਬੰਦੇ ਨੇ ਵਿਚਰਨਾ, ਕੁਝ ਦੇਖਣਾ, ਕੁਝ ਸੁਣਨਾ, ਭਰਮ ਤਾਂ ਐਂਟਰੀ ਮਾਰ ਹੀ ਜਾਂਦਾ। ਔਰ ਜਿੰਨੀ ਛੇਤੀ ਹੋ ਸਕਦਾ ਇਹਨੂੰ ਬਾਹਰ ਕੱਢ ਦਿਓ, ਇਹਨੂੰ ਬਾਹਰ ਕੱਢ ਦਿਓ। ਇਸ ਕਰਕੇ ਕਹਿੰਦੇ ਜਿਹੜਾ ਤਨ ਦਾ ਭਸਮ ਦੀ ਢੇਰੀ, ਜੀਂਦਾ ਹੀ ਭਸਮ ਦੀ ਢੇਰੀ ਹੋ ਜਾਣਾ। ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਠੀਕ ਹੈ, ਤੂੰ ਮਹਿਲ ਬੜੇ ਬੜੇ ਉੱਚੇ ਸੋਹਣੇ ਮਜ਼ਬੂਤ ਬਣਾ ਲੈ, ਸੁੰਦਰ ਨਾਰੀ ਵੀ ਤੈਨੂੰ ਪ੍ਰਾਪਤ ਹੋ ਗਈ। ਪਰ ਜਿਹੜਾ ਕੰਮ ਤੂੰ ਕਰਨਾ ਸੀ ਤਾਂ ਕੀਤਾ ਹੀ ਨਹੀਂ, ਨਾਮ ਤਾਂ ਜਪਿਆ ਹੀ ਨਹੀਂ,
ਨਾਮ ਨਾਮ ਜਪਣ ਕਰਕੇ ਜਦੋਂ ਇਸ ਸੰਸਾਰ ਤੋਂ ਕੂਚ ਕੀਤਾ, ਤੂੰ ਜ਼ਿੰਦਗੀ ਦੀ ਬਾਜੀ ਹਾਰ ਗਿਆ। ਬਾਜੀ ਕੌਣ ਹਾਰਦਾ? ਇਹ ਥੋੜ੍ਹੀ ਵੀ ਜਿਹੜਾ ਮਰਿਆ ਉਹ ਬਾਜੀ ਹਾਰ ਜਾਂਦਾ। ਨਹੀਂ ਭਾਈ, ਜਾਣਾ ਤਾਂ ਸਭਨਾਂ ਨੇ। ਜਿਸ ਦਾ ਲੇਖਾ ਪੈਂਡਿੰਗ ਰਹਿ ਜਾਂਦਾ, ਜਿਹਦਾ ਲੇਖਾ ਨਹੀਂ ਮੁੱਕਦਾ, ਉਹ ਬਾਜੀ ਹਾਰਦਾ ਹੈ। ਜਿਹਦਾ ਲੇਖਾ ਖਤਮ ਹੋ ਜਾਂਦਾ, ਬਾਜੀ ਜਿੱਤ ਕੇ ਜਾਂਦਾ ਹੈ, ਉਹ ਨਹੀਂ ਬਾਜੀ ਹਾਰਦਾ। ਕਹਿੰਦੇ ਨਾਮ ਨਹੀਂ ਜਿਹੜੇ ਜਪਦੇ, ਕਹਿੰਦੇ ਉਹ ਅਕਸਰ ਬਾਜੀ ਹਾਰ ਜਾਂਦੇ, ਉਹਨਾਂ ਦੇ ਲੇਖੇ ਰਹਿ ਜਾਂਦੇ। ਇੱਥੇ ਲੇਖਾ ਜਿਹੜਾ ਸੁਹੇਲਾ, ਇੱਥੇ ਲੇਖਾ ਮੁਕਾਉਣਾ ਬਹੁਤ ਸੌਖਾ, ਬੜਾ ਆਸਾਨ ਹੈ। ਸੋ ਜੇ ਨਹੀਂ ਅਸੀਂ ਕੁਝ ਕਰ ਸਕਦੇ, ਕੋਈ ਐਸਾ ਗਲਤ ਕਰਮ ਹੋ ਗਿਆ ਸਾਡੇ ਪਾਸੋਂ, ਮਹਾਰਾਜ ਨੇ ਸਾਨੂੰ ਕਿਹਾ ਭਾਈ ਪਛਚਾਤਾਪ ਆਪਣੇ ਆਪ 'ਚ ਵੀ ਜੇ ਤੂੰ ਕਰ ਜਾਵੇ ਨਾ, ਪਛਚਾਤਾਪ, ਉਹਦੇ ਨਾਲ ਵੀ ਲੇਖਾ ਪਾਟਦਾ, ਲੇਖਾ ਨਹੀਂ ਰਹਿ ਜਾਂਦਾ। ਫਿਰ ਤੇਰੇ ਹੱਥ ਵਿੱਚ ਹੈ, ਤੂੰ ਮਾਲਕ ਹੈ। ਸੱਚੇ ਪਾਤਸ਼ਾਹ ਨੇ ਲਿਖਣੀ ਨਹੀਂ ਸੀ ਇਹ ਗੱਲ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਮਹਾਰਾਜ ਨੇ ਜੇ ਬਾਤ ਲਿਖੀ, ਲੇਖੇ ਵੀ ਮੈਂ ਖੁਦ ਬਣਾਉਣਾ, ਆਪਣੇ ਲੇਖੇ ਲੇਖ ਖੁਦ ਲਿਖਦਾ, ਅਤੇ ਮੇਟਦਾ ਵੀ ਖੁਦ ਹੈ। ਤਾਂ ਮਹਾਰਾਜ ਨੇ ਹੈ ਨਾ, ਸੋ ਇਹਦੇ ਹੱਥ ਸਭ ਕੁਝ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਅਤੇ ਪਰ ਜੇ ਹਾਂ ਸ਼ਬਦ ਦਾ ਸੰਗੀ ਹੋ ਜਾਵੇ, ਇਹਦਾ ਮਨ ਜਿਹੜਾ ਆ ਸ਼ਬਦ ਦੇ ਨਾਲ ਜੁੜ ਜਾਵੇ, ਫੇਰ ਹੀ ਲੇਖੇ ਪਾੜੇਗਾ। ਹੁਣ ਜੇ ਸ਼ਬਦ ਦੇ ਨਾਲ ਨਹੀਂ ਮਿਲਿਆ, ਫਿਰ ਤਾਂ ਲੇਖੇ ਵਧਾਵੇਗਾ, ਪੁੱਠੇ ਕੰਮਾਂ 'ਚ ਪੈ ਗਏ। ਕਹਿੰਦੇ ਭਗਤ ਜੀ ਕਹਿੰਦੇ ਨੇ, ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਨਾ ਬਾਜੀ ਹਾਰ ਕੇ ਜਾਂਦੇ ਨੇ। ਕਹਿੰਦੇ ਸਾਰੇ ਮੇਰੀ ਜਾਤ ਕਮੀਨੀ, ਪੰਤ ਕਮੀਨੀ, ਊਸ਼ਾ ਜਨਮ ਹਮਾਰਾ। ਭਗਤ ਜੀ ਕਹਿੰਦੇ ਮੇਰੀ ਜਾਤ ਕਮੀਨੀ, ਨੀਚ ਜਾਤ ਵਾਲਾ। ਕਹਿੰਦੇ ਮੈਂ ਸ਼ੂਦਰ ਦੀ ਬੜੀ ਦੁਰਦਸ਼ਾ ਕੱਢਦੇ ਹੁੰਦੇ ਸੀ। ਸ਼ੂਦਰ ਦਾ ਪਰਛਾਵਾਂ ਵੀ ਪੈ ਜਾਂਦਾ ਸੀ ਤਾਂ ਨਹਾਉਂਦੇ ਸੀਗੇ, ਕਹਿੰਦੇ ਵੀ ਸ਼ੂਦਰ ਦਾ ਪਰਛਾਵਾਂ ਪੈ ਗਿਆ। ਸ਼ੂਦਰ ਜਦੋਂ ਰਾਹ 'ਚੋਂ ਨਿਕਲਦਾ ਹੁੰਦਾ ਸੀ ਨਾ, ਆਪਣੇ ਪਿੱਛੇ ਛਾਪਾ ਬੰਨ੍ਹਦਾ ਹੁੰਦਾ ਸੀ, ਵੀ ਪਤਾ ਲੱਗੇ ਸਾਰਿਆਂ ਨੂੰ ਵੀ ਹਾਂ ਵੀ ਸ਼ੂਦਰ ਨਿਕਲ ਰਿਹਾ, ਆਵਾਜ਼ ਆਈ ਜਾਵੇ ਨਾਲ, ਜਾਂ ਟੱਲ ਵਜਾਉਂਦੇ ਨਹੀਂ ਜਾਣ, ਵੀ ਲੋਕ ਜਿਹੜੇ ਸਾਰੇ ਪਿੱਛੇ ਹਟ ਜਾਣ। ਬਹੁਤ ਜ਼ਿਆਦਾ ਦੁਰਦਸ਼ਾ ਸ਼ੂਦਰਾਂ ਦੀ ਕੀਤੀ ਜਾਂਦੀ ਸੀ। ਇਹ ਤਾਂ ਜਿਨ੍ਹਾਂ ਦਿਨਾਂ 'ਚ ਭਗਤ ਰਵਿਦਾਸ ਜੀ, ਸੋ ਉਹਨਾਂ ਨੇ ਚਾਨਣ ਦਿੱਤਾ ਸੰਸਾਰ ਦੇ ਲੋਕਾਂ ਨੂੰ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੇ। ਬੜੀ ਦਲੇਰੀ ਸੀ ਗੁਰੂ ਸਾਹਿਬ ਜੀ ਦੀ, ਬੜੀ ਦਲੇਰੀ ਸੀ। ਨਹੀਂ ਤਾਂ ਲੋਕ ਤਾਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਹੁੰਦੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਲਕੁਲ ਆਪਣੇ ਬਰਾਬਰ ਲਿਆ ਕੇ ਬਿਠਾ ਲਿਆ। ਦੁਬਾਰੇ ਕਹਿੰਦੇ ਮੇਰੀ ਜਾਤ ਕਮੀਨੀ, ਨੀਚ ਜਾਤ ਦਾ ਮੈਂ, ਪਾਂਤ ਕਮੀਨੀ, ਬਰਾਦਰੀ ਵੀ ਕਹਿੰਦੇ ਜਿਹੜੀ ਹੈਗੀ ਹੈ ਉਹ ਵੀ ਬੜੀ ਕਮੀਨੀ ਹੈ, ਨੀਵੀਂ ਹੈ। ਕਈ ਨੀਚ ਜਾਤ ਵਾਲੇ ਹੁੰਦੇ ਨੇ, ਪਰ ਭਾਈ ਬਰਾਦਰੀ ਉੱਚੀ ਹੈ, ਉੱਚਾ ਰਹਿਣ ਸਹਿਣ ਹੈ, ਸੋਹਣੇ ਮਕਾਨ ਨੇ, ਸਾਰੀਆਂ ਸਹੂਲਤਾਂ ਨੇ, ਪਰ ਕਹਿੰਦੇ ਮੇਰੀ ਤਾਂ ਭਾਈ ਬਰਾਦਰੀ ਵੀ ਬੜੀ ਨੀਵੀਂ ਆ। ਕਹਿੰਦੇ ਹੁਣ ਜਿਨ੍ਹਾਂ ਦਾ ਗਰੀਬੀ 'ਚ ਹੀ ਜਨਮ ਹੋ ਜਾਂਦਾ, ਫਿਰ ਬਰਾਦਰੀ ਨੀਵੀਂ ਹੋਣੀ ਭਾਈ। ਜੇ ਗਰੀਬੀ 'ਚ ਹੀ ਜਨਮ, ਕਿੰਨਾ ਕੁ ਕਰ ਲੂਗਾ ਕੋਈ। ਪਾਂਤ ਕਮੀਨੀ, ਓਸ਼ਾ ਜਨਮ ਹਮਾਰਾ, ਮੇਰਾ ਸਾਰੇ ਦਾ ਸਾਰਾ ਜਨਮ ਹੀ ਜਿਹੜਾ ਕਹਿੰਦੇ ਓਸ਼ਾ। ਸੋ ਸਾਡਾ ਜਨਮ ਹੀ ਜਿਹੜਾ ਮੇਰਾ ਜਨਮ ਨੀਚ ਜਾਤ ਵਾਲਿਆਂ ਦਾ ਹੋਇਆ ਹੈ ਨਾ, ਸੋ ਉਹ ਸਾਰਾ ਜਨਮ ਹੀ ਮੇਰਾ ਓਸ਼ਾ ਹੋ ਗਿਆ। ਕਹਿੰਦੇ ਪਰ ਤੁਮ ਸਰਨਾਗਤ ਰਾਜਾ ਰਾਮਚੰਦ, ਕਹਿ ਰਵਿਦਾਸ ਚ ਮਾਰਾ। ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੈ, ਮੈਨੂੰ ਇਹਦਾ ਕੋਈ ਦੁੱਖ ਨਹੀਂ ਹੈ, ਇਹਦਾ ਵਿਯੋਗ ਨਹੀਂ ਹੈ ਕਿ ਮੈਂ ਨੀਚ ਜਾਤ ਵਾਲਿਆਂ ਦੇ ਘਰ ਵਿੱਚ ਪੈਦਾ ਹੋਇਆ, ਗਰੀਬੀ ਬੜੀ ਹੈ, ਮੈਨੂੰ ਇਹਦਾ ਕੋਈ ਦੁੱਖ ਨਹੀਂ। ਕਹਿੰਦੇ ਕਿਉਂਕਿ ਮੈਨੂੰ ਮਾਣ ਇਸ ਗੱਲ ਦਾ ਆ ਕਿ ਮੈਂ ਉਹਦੀ ਸ਼ਰਨ ਵਿੱਚ ਆਇਆ, ਉਸ ਰਾਮ ਦੀ ਸ਼ਰਨ ਵਿੱਚ ਆਇਆ ਜਿਹੜਾ ਸਾਰਿਆਂ ਦਾ ਰਾਜਾ ਹੈ। ਇੱਥੇ ਕਬਲੇ ਭੁਲੇਖਾ ਖਾ ਜਾਂਦੇ ਨੇ ਵੀ ਰਾਜਾ ਰਾਮਚੰਦ, ਵੀ ਸ਼ਾਇਦ ਵੀ ਜਿਹੜੇ ਰਾਮਚੰਦ ਜਿਨ੍ਹਾਂ ਨੂੰ ਅਵਤਾਰ ਮੰਨਿਆ ਗਿਆ, ਵੀ ਉਹਨਾਂ ਦੀ ਗੱਲ ਭਗਤ ਜੀ ਨੇ ਕਰ ਦਿੱਤੀ। ਭਗਤ ਕਿਸੇ ਅਵਤਾਰ ਦੇ ਪੁਜਾਰੀ ਹੋਏ ਨਹੀਂ, ਭਗਤ ਨਿਰੰਕਾਰ ਦੇ ਪੁਜਾਰੀ ਹੋਏ ਨੇ। ਹਾਂ, ਸਟਾਰਟਿੰਗ ਦੇ ਵਿੱਚ ਜ਼ਰੂਰ ਹੋਵੇਗਾ ਵੀ ਕਿਸੇ ਅਵਤਾਰ ਦੀ ਉਹਨਾਂ ਨੇ ਪੂਜਾ ਕੀਤੀ ਹੈ, ਪਰ ਜਦੋਂ ਉਹਨਾਂ ਨੂੰ ਅੰਤਰ ਆਤਮੇ ਗਿਆਨ ਹੋ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਸਭ ਤੋਂ ਵੱਡਾ ਸਾਧ ਤਾਂ ਮੇਰੇ ਅੰਦਰ ਹੀ ਬੈਠਾ ਹੈ। ਸੋ ਸਭ ਤੋਂ ਵੱਡਾ ਮੂਲ ਸਾਧ ਆ ਨਾ, ਮੂਲ ਸਾਧ ਦੇ ਅੰਦਰ ਬੈਠਾ, ਹਰੇਕ ਦੇ ਅੰਦਰ ਬੈਠਾ ਹੋਇਆ। ਫਿਰ ਜਦੋਂ ਗਿਆਨ ਹੋ ਗਿਆ,
ਫਿਰ ਸ਼ਬਦ ਨਿਰੰਕਾਰ ਦੇ ਨਾਲ ਫੇਰ ਜੁੜੇ ਨੇ। ਫੇਰ ਨਹੀਂ, ਫਿਰ ਨਾ ਮੂਰਤੀ ਪੂਜਾ ਵਾਲੇ ਪਾਸੇ ਰਹੇ, ਨਾ ਕਿਸੇ ਅਵਤਾਰ ਪੂਜਾ ਦੇ ਵਿੱਚ ਰਹੇ, ਉਹ 'ਚੋਂ ਨਿਕਲ ਗਿਆ। ਤੁਮ ਸਰਨਾਗਤ ਰਾਜਾ ਰਾਮ ਚੰਦ, ਉਹ ਰਾਮ, ਉਹ ਪਰਮੇਸ਼ਰ ਦਾ ਨਾਮ। ਸੋ ਭਾਈ ਜਿਵੇਂ ਚੰਦਰਮਾ ਦੀਆਂ ਕਿਰਨਾਂ ਨਾ ਸ਼ੀਤਲਤਾ ਹੀ ਦਿੰਦੀਆਂ, ਇੱਦਾਂ ਨਾਮ ਜਪਣ ਦੇ ਨਾਲ ਇਹਦਾ ਮਨ ਨੂੰ ਸ਼ੀਤਲਤਾ ਮਿਲਦੀ, ਮਨ ਦਾ ਟਿਕਾ ਇੱਦਾਂ ਬਣ ਜਾਂਦਾ। ਸੋ ਇੰਝ ਭਗਤ ਜੀ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਦੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੂੰ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭ ਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰਸ਼ਾਨ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਥਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰਤਾਰੀਆਂ, ਪੰਚ ਦੂਤ ਤਦ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕੋ ਸੇ ਨਾਮ ਹਰਖੇ ਲਾਗੇ। ਕਹਿ ਨਾਨਕ ਤੈਸਕ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਅਰਦਾਸ ਜੀਉ ਪਿੰਡ ਸਭ ਤੇਰੀ ਆਸ। ਮਾਤ ਪਿਤਾ ਹਮ ਬਾਰਿਕ ਤੇਰੇ, ਕਿਰਪਾ ਮੈਂ ਸੁਖ ਬਨੇ। ਤੁਮਰਾ ਉੱਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੇ ਹੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਜੀ ਕੀ ਸਮਾਂ ਵਾਰ ਸ਼੍ਰੀ ਗੁਰੂ ਜੀ ਕੀ ਪਾਤਸ਼ਾਹ ਦੀ ਦਰਸ਼ਨ ਪ੍ਰਥਮ ਭਗਤੀ ਸੁਰ ਕਾ ਗੁਰੂ ਨੇ ਧਿਆਏ। ਜਗਤ ਗੁਰੂ ਦੇ ਅਮਰਦਾਸ ਰਾਮਦਾਸ ਅਰਜਨ ਹਰ ਗੋਬਿੰਦ ਨੋ ਸਿਮਰੋ। ਸ਼੍ਰੀ ਗੁਰੂ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ। ਤੇ ਬਹਾਦਰ ਸਿਮਰਿਆ ਕਰਨੋਂ ਦਿਆਵੇ ਧਾਰੇ ਸਭਾਈ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਾਂ ਪਾਤਸ਼ਾਹੀਆਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰੀ ਦਾ ਅੰਤਰ ਖਾਲਸਾ ਕਰੋ ਜੀ। ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਾਂ ਦੇ
बिना तेरा नाम जपया मन सकिया एक सवाल देख देख के अंतर कीता तिना प्यारिया सचारा कमाई का अंतर खालसा जी बोलो जी वाहिगुरु तिना ਸਿੰਘਾਂ ਸਿੰਘਣੀਆਂ ਧੰਨ ਦੇ ਸੀਸ ਬਦ ਬਦ ਕਟਵਾਏ ਖੋਪੜੀਆਂ ਲਹਾਈਆਂ ਚਰ ਖੜੀਆਂ ਤੇ ਚੜ੍ਹੀ ਤਨਾਰਿਆਂ ਨਾਲ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੇ ਹਾਰਿਆ ਸਿੱਖੀ ਸਿੱਧ ਕੀ ਸੰਸਵਰਸਾ ਤੇਰਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਤੱਕਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਰਬੱਤ ਖਾਲਸਾ ਜੀ ਦੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤ ਆਵਰ ਕਾ ਸਦਕਾ ਸਭ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਧਕਾਂ ਅੱਛਾ ਦੇਖ ਦੇਖ ਫਤਿਹ ਗੁਰਦ ਕੀ ਕੈ ਪੰਥੀ ਜੀ ਸੇ ਸਹਾਇ ਖਾਲਸਾ ਜੀ ਕੇ ਮੁਰਮਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਧ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਬਖਸ਼ਿਸ਼ ਚੌਂਕੀਆਂ ਝੰਡੇ ਗੁੰਗੇ ਵਿਚੂ ਪ੍ਰਤਾਪ ਕਰਨ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਅੱਗੇ ਅੱਗੇ ਆਓ ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਹੋਈ ਮਤ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਪ੍ਰੇਮ ਦੀਆਂ ਬਾਣੀਆਂ ਦੀ ਜਾਪ ਆਸਾ ਜੀ ਦੀ ਵਾਰ ਦੇ ਸ਼ਬਦ ਵਿਚਾਰ ਆਨੰਦ ਸਾਹਿਬ ਦੇ ਸ਼ੇਰ ਹੋਣ ਨਾਨਕਾ ਦੀ ਕਿਰਪਾ ਕਰਨੀ ਬਾਣੀ ਦਾ ਮਹਾਤਮ ਸੰਤਾਂ ਨੂੰ ਬਖਸ਼ਣਾ ਤੇ ਸਰਬੱਤ ਸੰਤਾਂ ਦੀਆਂ ਮਨੋਕਾਮਨਾਵਾਂ ਗੁਰਮੁਖ ਅਨੁਸਾਰ ਬਖਸ਼ਿਆ ਦਾ ਤੈਨੂੰ ਬਖਸ਼ਿਆ ਤੂੰ ਜਿਹੜੇ ਗਰੀਬ ਪਾਕ ਸਰ ਸੋਚ ਪੁੱਤਰਾ ਬੁਲਾ ਬੋਲ ਰਗਾਏ ਸੀਤ ਪੁਰਸ਼ਾਲ ਸੰਤਾਂ ਸੁਰਤੇ ਦੇ ਛਿਪਿਆ ਦਾ ਨਾਮ ਜਪੇ ਪਾਵਨ ਹੁਕਮ ਬਖਸ਼ੋ ਸੰਤਾਂ ਦੇ ਬਾਤ ਕਰੋ ਜੀ ਸਹੀ ਪਿਆਰੇ ਮਿਲਣੇ ਨਾ ਮਿਲਿਆ ਨਾਮ ਤੇ ਆਵਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਾਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਹਮ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਗੁਰੂ ਗ੍ਰੰਥ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ ਲੇ ਆਜ ਕਰੀਗਾ ਖਾਲਸਾ ਆਕੀ ਰਹੇ ਨ ਕੋਏ ਆਰਮੀ ਸੰਭਲਾਂਗੇ ਬੱਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਾਜ ਹੈ ਚੜੇ ਸੋ ਉਤਰੇ ਪਾਰ ਗੁਰੂ ਸ਼ਰਦਾ ਕਰਸੀ ਨੇ ਗੁਰੂ ਪਾਰ ਉਤਾਰਨ ਹਾਰ ਰਾਜਾ ਕੀ ਹਾਥ ਮੈਂ ਕਲਗੀ ਸੋਏ ਸੀਸ ਹਮਾਰੀ ਰਛਿਆ ਕਰੀ ਗੁਰ ਕਰ ਕੀ ਧਰ ਜਗਦੀਸ਼ ਸੋ ਨਿਹਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਬਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨ ਹੈ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ ਭੂਲੇ ਮਾਰਗ ਜਿਨ ਹੈ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ
ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਰਹਾਉ ਕਾਮ ਕ੍ਰੋਧ ਲੋਭ ਮੋਹਿ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁਖ ਸੁਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਪ ਕਰ ਸਤ ਗੁਰ ਨਿਸਤਾਰਾ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਪ ਕਰ ਸਤ ਗੁਰ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਗੁਰੂ ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।